ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਏ ਤੇ ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਖੁਦਾ ਦੇ ਕਲਾਮ ਦੇ ਵਿੱਚ ਪਹਿਲਾ ਕਰੰਥੀਓ 10 ਬਾਬ ਜਿਸ ਵੇਲੇ 11 ਆਇਤ ਨੂੰ ਪੜ੍ਹਦੇ ਹਾਂ ਤੇ ਲਿਖਿਆ ਮਿਲਦਾ ਹੈ, ਕੁਝ ਵਾਕਿਆਤ ਪਹਿਲੋਂ ਗੁਜ਼ਰੇ ਨੇ ਤੇ ਉਹ ਲਿਖੇ ਕਿਉਂ ਗਏ ਨੇ ਬਈ, ਉਹਨਾਂ ਨੂੰ ਕੀ ਜ਼ਰੂਰਤ ਸੀਗੀ ਤਾਂ ਕਿ ਲਿਖਿਆ ਜਾਵੇ। ਤੇ ਉਹ ਲਿਖੇ ਇਸ ਕਰਕੇ ਗਏ ਨੇ ਤਾਂ ਕਿ ਜਿਹੜੇ ਅਸੀਂ ਆਖਰੀ ਜ਼ਮਾਨੇ ਦੇ ਲੋਕ ਹਾਂ ਉਹਨਾਂ ਵਾਕਿਆਤ ਨੂੰ ਪੜ੍ਹੀਏ, ਕਿਉਂਕਿ ਮੁਕਾਸ਼ਫਾ ਪਹਿਲਾ ਬਾਬ 3 'ਚ ਲਿਖਿਆ, ਤੂੰ ਇਸ ਨਬੂਤ ਦੀ ਕਿਤਾਬ ਨੂੰ ਪੜ੍ਹੀ, ਇਸ ਨੂੰ ਸੁਣੀ, ਜੋ ਕੁਝ ਇਹਦੇ ਵਿੱਚ ਲਿਖਿਆ ਉਹਦੇ ਤੇ ਅਮਲ ਕਰੀ ਤੂੰ ਮੁਬਾਰਕ ਹੋਵੇਗਾ। ਸੋ ਇਹ ਵਾਕਿਆਤ ਸਾਡੀ ਨਸੀਹਤ ਦੇ ਵਾਸਤੇ ਲਿਖੇ ਗਏ ਨੇ ਤਾਂ ਕਿ ਅਸੀਂ ਇਹਨਾਂ ਨੂੰ ਪੜ੍ਹੀਏ, ਸੁਣੀਏ, ਇਹਨਾਂ ਤੇ ਅਮਲ ਕਰੀਏ। ਤੇ ਅੱਜ ਜੋ ਕੁਝ ਅਸੀਂ ਵੇਖਣ ਵਾਲੇ ਆ, ਇਹ ਆ ਆਸਤਰ ਦੀ ਕਿਤਾਬ ਦਾ ਵਾਕਿਆ। ਆਸਤਰ ਬਿਨ ਮਾਂ ਪਿਓ ਦੀ ਬੱਚੀ, ਤੇ ਜਿਹੜੀ ਬਿਨ ਮਾਂ ਪਿਓ ਦੀ ਬੱਚੀ ਹੁੰਦਾ ਉਹਦਾ ਕੀ ਹਾਲ ਹੁੰਦਾ ਹੈ? ਉਸ ਬੱਚੇ ਦਾ ਕੋਈ ਹਾਲ ਨਹੀਂ ਹੁੰਦਾ, ਪਰ ਉਹਦੇ ਚਾਚੇ ਨੇ ਉਹਨੂੰ ਪਾਲਿਆ ਹੈ। ਤੇ ਜਿਸ ਲਈ ਪਾਲਿਆ ਹੈ ਤੇ ਇਸ ਤਰ੍ਹਾਂ ਪਾਲਿਆ ਕਿ ਜਿਸ ਤਰ੍ਹਾਂ ਉਹਦੀ ਬੇਟੀ ਹੈ। ਤੇ ਜਿਸ ਵੇਲੇ ਇਰਤਕਸ਼ਿਸ਼ ਦਾ ਬਾਦਸ਼ਾਹ ਨੇ ਜ਼ਿਆਫਤ ਕੀਤੀ ਹੈ ਤੇ ਉਸ ਜ਼ਿਆਫਤ ਦੇ ਵਿੱਚ ਜਿਹੜੀ ਬੜੀ ਵੱਡੀ ਜ਼ਿਆਫਤ ਹੈ ਤੇ ਬੜੀ ਦੁਨੀਆ ਦੇ ਲੋਕ ਆਏ ਹੋਏ ਨੇ ਤੇ ਬਹੁਤ ਸਾਰੇ ਸੂਬਿਆਂ ਦੇ ਉੱਤੇ ਇਹ, ਕਿਉਂਕਿ 187 ਸੂਬਿਆਂ ਤੇ ਇਹ ਹੁਕੂਮਤ ਸੀ। ਵਸਤੀ ਮਲਕਾ ਇਰਤਕਸ਼ਿਸ਼ਤਾ ਬਾਦਸ਼ਾਹ ਦੀ ਅਕਸਵੀਰੀਅਸ ਬਾਦਸ਼ਾਹ ਦੀ ਮਲਕਾ ਸੀ। ਬਾਦਸ਼ਾਹ ਨੇ ਆਪਣੀ ਸ਼ਾਨੋ ਸ਼ੌਕਤ ਦਿਖਾਈ ਲੋਕਾਂ ਨੂੰ ਤੇ ਫਿਰ ਸੋਚਿਆ ਮੈਂ ਆਪਣੀ ਮਲਕਾ ਵੀ ਦਿਖਾਵਾਂ ਕਿ ਮੇਰੀ ਮਲਕਾ ਕਿੰਨੀ ਖੂਬਸੂਰਤ ਹੈ। ਤੇ ਜਿਸ ਵੇਲੇ ਮਲਕਾ ਨੂੰ ਦਿਖਾਉਣ ਵਾਸਤੇ ਆਖਿਆ ਕਿ ਆ ਬਈ ਮੈਂ ਚਾਹੁੰਦਾ ਕਿ ਤੂੰ ਵੀ ਆਪਣਾ ਦੀਦਾਰ ਕਰਾ ਕਿ ਬਾਦਸ਼ਾਹ ਨੇ ਮਲਕਾ ਕਿਹੋ ਜਿਹੀ ਰੱਖੀ, ਪਰ ਇਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਵੇਲੇ ਜਾਣ ਤੋਂ ਇਨਕਾਰ ਕਰ ਦਿੱਤਾ, ਹੁਣ ਬਾਦਸ਼ਾਹ ਦੇ ਕੋਲ ਬੜੇ ਵੱਡੇ ਵੱਡੇ ਲੋਕ ਬੈਠੇ, ਉਹਨਾਂ ਨੇ ਆਖਿਆ ਕਿ ਬਾਦਸ਼ਾਹ ਸਲਾਮਤ ਆ, ਜਿਹਨੇ ਇਨਕਾਰੀ ਕੀਤੀ ਹੈ ਤੇ ਸਾਡੀਆਂ ਬੁੱਢੀਆਂ ਵੀ ਉੱਥੇ ਹੀ ਸੀ, ਕੱਲ ਨੂੰ ਸਾਡੀਆਂ ਬੁੱਢੀਆਂ ਕੀ ਸਿੱਖਣਗੀਆਂ, ਉਹ ਵੀ ਇਨਕਾਰੀ ਕਰਨਗੀਆਂ। ਹੁਣ ਤੂੰ ਸੋਚ ਕੀ ਕਰਨਾ ਹੈ। ਤੇ ਫਿਰ ਇਹਨੂੰ ਮਲਕਾ ਦੇ ਅਹੁਦੇ ਤੋਂ ਲਾ ਦਿੱਤਾ ਗਿਆ। ਤੇ ਜਿਸ ਵੇਲੇ ਮਲਕਾ ਦੇ ਅਹੁਦੇ ਤੋਂ ਲਾ ਦਿੱਤਾ ਗਿਆ ਤੇ ਇਸ ਦੀ ਜਗ੍ਹਾ ਇੱਕ ਐਸੀ ਜਿਹਦਾ ਮਾਂ ਪਿਓ ਕੋਈ ਨਹੀਂ, ਐਸੀ ਬੱਚੀ ਮਲਕਾ ਬਣ ਗਈ ਹੈ। ਹੁਣ ਇਹ ਮਹੱਲਾਂ 'ਚ ਆ ਗਈ ਹੈ, ਬਾਦਸ਼ਾਹ ਦੇ ਦਿਲ ਨੂੰ ਭਾ ਗਈ ਹੈ। ਆਵਾਮ ਉੱਤੇ, ਰਿਆਇਆ ਉੱਤੇ, ਖੁਦਾ ਦੇ ਲੋਕਾਂ ਦੇ ਉੱਤੇ ਇੱਕ ਬੜੀ ਮੁਸੀਬਤ ਆ ਗਈ ਹੈ। ਸਾਰੀ ਕੌਮ ਨੂੰ ਕਤਲ ਦਾ ਹੁਕਮ ਮਿਲ ਗਿਆ ਹੈ। ਤੇ ਹੁਣ ਇਹ ਬੋਲੇ ਤੇ ਕੌਮ ਬਚਦੀ ਹੈ, ਨਾ ਬੋਲੇ ਤੇ ਕੌਮ ਮਰਦੀ ਹੈ। ਹੁਣ ਇਹਨੂੰ ਕਿਹਾ ਗਿਆ ਵੀ ਵੇਖ ਲਾ ਮਰਦ ਕੀ ਨੇ, ਤੂੰ ਕੀ ਕਰੇਂਗੀ।
ਤੈਨੂੰ ਬੋਲਣਾ ਪੈਣਾ ਹੀ ਬਾਦਸ਼ਾਹ ਦੇ ਸਾਹਮਣੇ, ਦੱਸਣਾ ਪੈਣਾ ਹੀ, ਕਿਉਂਕਿ ਜੇ ਕੌਮ ਦਾ ਆਰਡਰ ਹੋ ਗਿਆ ਨਾ ਕਿ ਯਹੂਦੀ ਕੌਮ ਨੂੰ ਮਾਰ ਦੇਣਾ ਹੈ, ਤੇ ਫਿਰ ਆਸਤਰ 4 ਬਾਬ ਤੇ 14 'ਚ ਲਿਖਿਆ ਹੈ, ਕਿਉਂਕਿ ਅਗਰ ਤੂੰ ਇਸ ਵੇਲੇ ਖਾਮੋਸ਼ੀ ਇਖਤਿਆਰ ਕਰੇਗੀ ਤੇ ਖਲਾਸੀ ਤੇ ਨਜਾਤ ਯਹੂਦੀਆਂ ਲਈ ਕਿਸੇ ਹੋਰ ਜਗ੍ਹਾ ਤੋਂ ਆਵੇਗੀ, ਪਰ ਤੂੰ ਆਪਣੇ ਬਾਪ ਦਾਦਾ ਦੇ ਖਾਨਦਾਨ ਸਮੇਤ ਹਲਾਕ ਕੀਤੀ ਜਾਵੇਗੀ, ਤੇ ਕਿਹਾ ਜਾਣੇ ਤੂੰ ਇਸੇ ਵਕਤ ਲਈ ਸਲਤਨਤ ਤੱਕ ਪਹੁੰਚੀ ਹਾਂ। ਰੱਬ ਤੈਨੂੰ ਹੋ ਸਕਦਾ ਇਸੇ ਕਰਕੇ ਸਲਤਨਤ ਤੱਕ ਲੈ ਕੇ ਆਇਆ ਹੈ ਕਿ ਤੂੰ ਅੱਜ ਵਸੀਲਾ ਬਣੇ। ਇਸੇ ਤਰ੍ਹਾਂ ਭਲਿਓ ਅੱਜ ਅਸੀਂ ਖੁਦਾਵੰਦ ਦਾ ਸ਼ੁਕਰ ਕਰੀਏ ਕਿ ਆਸਮਾਨ ਦੇ ਖੁਦਾ ਨੂੰ ਕੋਈ ਪਿਓ ਨਹੀਂ ਕਹਿ ਸਕਦਾ, ਲੇਕਿਨ ਪੌਲੁਸ ਰਸੂਲ ਗਲਤੀਓਂ 6 ਬਾਬ 4 ਬਾਬ ਤੇ ਉਹਦੀ 6 'ਚ ਕਹਿੰਦਾ ਹੈ, ਤੁਸੀਂ ਪੁੱਤਰ ਹੋ ਤੇ ਉਸ ਦੇ ਪੁੱਤਰ ਦਾ ਰੂਹ ਤੁਹਾਡੇ ਦਿਲਾਂ ਦੇ ਵਿੱਚ ਆ ਗਿਆ, ਇਸੇ ਕਰਕੇ ਤੁਸੀਂ ਉਹਨੂੰ ਬਾਪ ਯਾਨੀ ਅੱਬਾ ਕਹਿ ਕੇ ਪੁਕਾਰਦੇ ਹੋ। ਤੇ ਜੇਕਰ ਉਹਦੇ ਪੁੱਤਰ ਬਣ ਗਏ ਤੇ ਅਫਸੋਸ ਕਿ ਉਹਦੇ ਪੁੱਤਰ ਬਣ ਕੇ ਵੀ ਉਸਦੇ ਪੁੱਤਰ ਬਣ ਕੇ ਵੀ ਅਸੀਂ ਦੁਨੀਆ ਨੂੰ ਨਹੀਂ ਬਚਾ ਸਕਦੇ, ਕਿਉਂਕਿ ਇਹਦੇ ਲਈ ਦੂਸਰੀ ਤਵਾਰੀਖ 29 ਬਾਬ ਤੇ 11 'ਚ ਲਿਖਿਆ ਹੈ, ਮੇਰੇ ਪੁੱਤਰੋ ਹੁਣ ਤੁਸੀਂ ਗਾਫਲ ਨਾ ਰਹੋ, ਮੈਂ ਤੁਹਾਨੂੰ ਚੁਣ ਲਿਆ, ਮੇਰੇ ਹਜ਼ੂਰ ਖੜੇ ਹੋ ਜਾਓ ਤੇ ਮੇਰੇ ਖਾਦਮ ਬਣ ਜਾਓ। ਬਈ ਉਹਦੇ ਖਾਦਮ ਬਣਨਾ ਪਏਗਾ, ਫਿਰ ਅਸੀਂ ਦੁਨੀਆ ਨੂੰ ਬਚਾ ਸਕਦੇ ਹਾਂ। ਤੇ ਜੇਕਰ ਅਸੀਂ ਉਹਦੇ ਖਾਦਮ ਬਣ ਗਏ ਤੇ ਫਿਰ ਸਾਨੂੰ ਚੱਲਣਾ ਉਹਦੇ ਪਿੱਛੇ ਜਾਏ ਪਏਗਾ। ਤੇ ਫਿਰ ਉਹਦੇ ਪੁੱਤਰ ਨੇ ਆਖਿਆ ਕਿ ਜੇ ਮੇਰਾ ਰੂਹ ਤੁਹਾਡੇ ਦਿਲਾਂ ਦੇ ਵਿੱਚ ਹੈ, ਤੇ ਯਹੋਨਾ 12 ਬਾਬ 26 'ਚ ਕਿਹਾ ਗਿਆ ਹੈ ਕਿ ਅਗਰ ਫਿਰ ਤੁਸੀਂ ਮੇਰੀ ਖਿਦਮਤ ਕਰਦੇ ਹੋ ਤੇ ਪਿੱਛੇ ਵੀ ਮੇਰੇ ਹੋ। ਤੇ ਉਹਨੇ ਆਖਿਆ ਜਿੱਥੇ ਮੈਂ ਹੋਵਾਂਗਾ ਉੱਥੇ ਮੇਰਾ ਖਾਦਮ ਹੋਏਗਾ, ਮੇਰਾ ਬਾਪ ਉਸ ਦੀ ਬੜੀ ਹੀ ਇੱਜ਼ਤ ਕਰੇਗਾ। ਤੇ ਆਓ ਬਾਪ ਨੇ ਉਸ ਦੀ ਇੱਜ਼ਤ ਕਰਨੀ ਹੈ। ਅੱਜ ਜਿਸ ਤਰ੍ਹਾਂ ਮਰਦਕੀ ਨੇ ਆਸਤਰ ਨੂੰ ਯਾਦ ਦਹਾਨੀ ਕਰਾਈ, ਅੱਜ ਕਲਾਮ ਖਾਦਮਾਂ ਦੇ ਵਸੀਲੇ ਕਲੀਸਿਆ ਨੂੰ ਯਾਦ ਦਹਾਨੀ ਕਰਾਉਂਦਾ ਹੈ, ਕਿਉਂਕਿ ਉਹਦੇ ਪੁੱਤਰ ਨੇ ਮਤੀ 10 ਬਾਬ 27 'ਚ ਆਖਿਆ, ਉਹ ਜਿਸ ਗੱਲ ਦਾ ਤੈਨੂੰ ਹਨੇਰੇ 'ਚ ਪਤਾ ਲੱਗਦਾ ਹੈ ਤੂੰ ਉਜਾਲੇ 'ਚ ਕਰਦੇ, ਜਿਹੜੀ ਕੰਨ 'ਚ ਪੈਂਦੀ ਉਹ ਕੋਠੇ ਤੇ ਚੜ ਜਾ, ਕੋਠੇ ਤੇ ਚੜ ਜਾ ਤੇ ਮਨਾਦੀ ਕਰਦੇ, ਤੇ ਉਸ ਤੋਂ ਨਾ ਡਰੀ, ਕਿਉਂਕਿ ਡਰਾਉਣ ਵਾਲਿਆਂ ਨਾਲ ਤੁਹਾਡਾ ਪਾਲਾ ਪਏਗਾ। 28 'ਚ ਲਿਖਿਆ, ਉਸ ਤੋਂ ਨਾ ਡਰੀ ਜਿਹੜੇ ਸਿਰਫ ਬਦਨ ਨੂੰ ਕਤਲ ਕਰਦੇ ਨੇ, ਬਲਕਿ ਉਸ ਤੋਂ ਡਰੀ ਜਿਹੜਾ ਰੂਹ ਤੇ ਬਦਨ ਦੋਨਾਂ ਨੂੰ ਜਹੰਨਮ ਦੇ ਵਿੱਚ ਸਿੱਟ ਦਵੇਗਾ। ਆਸਤਰ ਦੇ ਸਾਹਮਣੇ ਵੀ ਇਦਾਂ ਦਾ ਸੀ, ਕਿਉਂਕਿ ਬਿਨ ਬੁਲਾਏ ਜਿਹੜਾ ਵੀ ਕੋਈ ਬਾਦਸ਼ਾਹ ਦੇ ਸਾਹਮਣੇ ਚਲਾ ਜਾਂਦਾ ਸੀ, ਬਾਦਸ਼ਾਹ ਹੁਕਮ ਦਿੰਦਾ ਸੀ ਤੇ ਉਹਦੀ ਬੀਵੀ ਉਹਦੇ ਸਾਹਮਣੇ ਜਾਂਦੀ ਸੀ, ਲੇਕਿਨ ਮੁਸ਼ਕਲ ਫੈਸਲਾ ਸੀ ਆਸਤਰ ਅੱਗੇ। ਆਸਤਰ ਨੇ ਫਿਰ ਮਰਦਕੀ ਨੂੰ ਆਖਿਆ, ਤੁਸੀਂ ਵੀ ਰੋਜ਼ਾ ਰੱਖਿਓ, ਕੌਮ ਵੀ ਰੋਜ਼ਾ ਰੱਖੇ, ਮੈਂ ਵੀ ਰੋਜ਼ਾ ਰੱਖਾਂਗੀ, ਮੈਂ ਬਾਦਸ਼ਾਹ ਦੇ ਹਜ਼ੂਰ ਜਾਵਾਂਗੀ, ਜੇ ਤੁਹਾਨੂੰ ਅੱਛੀ ਲੱਗੀ ਤੇ ਫਿਰ ਮੈਂ ਵੀ ਬਚ ਜਾਵਾਂਗੀ, ਕੌਮ ਵੀ ਬਚ ਜਾਊ। ਲੇਕਿਨ ਜਦੋਂ ਰੋਜ਼ੇ ਦੀ ਹਾਲਤ ਦੇ ਵਿੱਚ ਬਾਦਸ਼ਾਹ ਦੇ ਸਾਹਮਣੇ ਗਈ ਤੇ ਬਾਦਸ਼ਾਹ ਤੇ ਇੰਨਾ ਕੁ ਰਾਜ਼ੀ ਹੋਇਆ, ਉਹਨੇ ਆਖਿਆ ਆਸਤਰ ਮੰਗ, ਅੱਧੀ ਸਲਤਨਤ ਤੱਕ ਮੈਂ ਤੈਨੂੰ ਦਿੰਨਾ। ਉਹਨੇ ਆਖਿਆ ਨਹੀਂ, ਮੇਰੀ ਕੌਮ ਬਖਸ਼ੀ ਜਾਵੇ। ਕਿਉਂ ਬਈ? ਉਹਨੇ ਆਖਿਆ ਤੁਹਾਡੀ ਅੰਗੂਠੀ ਦੀ ਮੋਹਰ ਲੱਗ ਗਈ ਹੈ,
ਕਿ ਯਹੂਦੀ ਕੌਮ ਨੂੰ ਕਤਲ ਕਰ ਦਿਓ। ਹਾਂਜੀ ਹਾਂਜੀ, ਇਹ ਤਾਂ ਬਿਲਕੁਲ, ਤੇ ਇਹ ਵਾਪਸ ਵੀ ਨਹੀਂ ਹੋ ਸਕਦੀ। ਫਿਰ ਜੀ ਉਹਨੇ ਆਖਿਆ ਮੈਂ ਦੂਸਰਾ ਖਤ ਲਿਖਣਾ, ਉੱਤੇ ਅੰਗੂਠੀ ਦੀ ਮੋਹਰ ਲਾਉਣਾ ਕਿ ਜਿਹੜੇ ਯਹੂਦੀਆਂ ਨੂੰ ਕਤਲ ਕਰਨ ਜਾਣ, ਯਹੂਦੀ ਅੱਗਿਓਂ ਉਹਨਾਂ ਨੂੰ ਕਰ ਦੇਣ। ਤੇ ਇਸੇ ਤਰ੍ਹਾਂ ਹੀ ਹੋਇਆ। ਫਿਰ ਉਹ ਇਕੱਠੇ ਹੋ ਗਏ, ਉਹਨਾਂ ਫਿਰ ਦੁਨੀਆ ਨੂੰ ਕਤਲ ਕਰ ਦਿੱਤਾ, ਅਗਲੇ ਦਿਨ ਵੀ ਕਤਲ ਕੀਤਾ। ਇਸ ਤਰ੍ਹਾਂ ਯਹੂਦੀ ਕੌਮ ਦਾ ਉਹਨਾਂ ਦੇ ਉੱਤੇ ਬੜਾ ਰੋਹਬ ਤੇ ਦਬਦਬਾ ਛਾ ਗਿਆ। ਸੋ ਆਸਤਰ ਬੋਲੀ, ਆਸਤਰ ਬਾਦਸ਼ਾਹ ਦੇ ਸਾਹਮਣੇ ਗਈ, ਕੌਮ ਬਚ ਗਈ। ਅੱਜ ਵੇਲਾ ਏ, ਅੱਜ ਵੇਲਾ ਏ ਉਹਦੇ ਖਾਦਮ ਬਣੀਏ, ਦੁਨੀਆ ਨੂੰ ਬਚਾਈਏ। ਉਹਦਾ ਪੁੱਤਰ ਆਇਆ ਜ਼ਮੀਨ ਉੱਤੇ, ਯਹਨਾ 12 ਬਾਬ 46 ਐਤ ਨੂੰ ਪੜ੍ਹੋ। ਉਹਨੇ ਆਖਿਆ ਮੈਂ ਨੂਰ ਹੋ ਕੇ ਦੁਨੀਆ 'ਚ ਆਇਆ। ਤੇ ਜਦੋਂ ਨੂਰ ਹੋ ਕੇ ਦੁਨੀਆ 'ਚ ਆਇਆ, ਇਮਾਲ ਦੀ ਕਿਤਾਬ 13 ਬਾਬ 47 ਐਤ ਨੂੰ ਪੜ੍ਹ ਲਓ। ਉਸਨੇ ਆਣ ਕੇ ਮੈਨੂੰ ਤੇ ਤੁਹਾਨੂੰ ਦੁਨੀਆ ਦੇ ਵਿੱਚ ਨੂਰ ਮੁਕਰਰ ਕਰ ਦਿੱਤਾ, ਤਾਂ ਕਿ ਸਾਡੇ ਵਸੀਲੇ, ਅਸੀਂ ਦੁਨੀਆ ਲਈ ਵਸੀਲਾ ਬਣ ਸਕਨੇ ਹਾਂ। ਸਾਡੇ ਵਸੀਲੇ ਨਜਾਤ ਦਾ ਕੰਮ ਦੁਨੀਆ ਦੇ ਕਿਨਾਰਿਆਂ ਤੱਕ ਹੋ ਜਾਵੇ। ਉਹ ਨਜਾਤ ਦੇਣ ਲਈ ਆਇਆ ਸੀ, ਉਹਨੇ ਨਜਾਤ ਤੁਹਾਨੂੰ ਦੇ ਦਿੱਤੀ ਹੈ ਕਿ ਜਾਓ ਹੁਣ ਤੁਸੀਂ ਦਿਓ, ਕਿਉਂਕਿ ਉਹਦੇ ਬੇਟੇ ਦਾ ਰੂਹ ਤੁਹਾਡੇ ਦਿਲਾਂ 'ਚ। ਇਸੇ ਕਰਕੇ ਜਿਸ ਨੂੰ ਉਹ ਬਾਪ ਕਹਿੰਦਾ, ਤੁਸੀਂ ਵੀ ਉਹਨੂੰ ਬਾਪ ਕਹਿੰਦੇ ਹੋ। ਤੇ ਇਹ ਛੋਟੀ ਜਿਹੀ ਗੱਲ ਨਹੀਂ, ਅੱਜ ਬੋਲਣਾ ਸ਼ੁਰੂ ਕਰ ਦਈਏ। ਅਮਸਾਲ 23 ਬਾਬ 16 'ਚ ਲਿਖਿਆ, ਜਦੋਂ ਤੇਰੇ ਮੂੰਹ 'ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋ ਜਾਏਗਾ। ਤੇ ਜ਼ਬੂਰ 119 ਉਹਦੀ 160 'ਚ ਲਿਖਿਆ, ਤੇਰੇ ਕਲਾਮ ਦਾ ਖੁਲਾਸਾ ਸੱਚਾਈ ਹੈ। ਤੇ ਆਓ ਫਿਰ ਕਲਾਮ ਦੀਆਂ ਸੱਚੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ। ਤੇ ਜਿਹੜਾ ਡਰਦਾ ਏ, ਜ਼ਬੂਰ 40 ਉਹਦੀ 11 ਐਤ ਨੂੰ ਪੜ੍ਹ ਲੈ, ਲਿਖਿਆ ਤੇਰੀ ਸ਼ਫਕਤ ਤੇ ਸੱਚਾਈ ਬਰਾਬਰ ਮੇਰੀ ਹਿਫਾਜ਼ਤ ਕਰਨੀ ਹੈ। ਇਸੇ ਕਰਕੇ 40 ਜ਼ਬੂਰ ਉਹਦੀ 8 ਐਤ ਨੂੰ ਪੜ੍ਹੋ, ਕਹਿੰਦਾ ਮੇਰੀ ਖੁਸ਼ੀ ਵੀ ਇਸ ਗੱਲ 'ਚ ਕਿ ਮੈਂ ਤੇਰਾ ਕੰਮ ਕਰਾਂ, ਮੈਂ ਤੇਰਾ ਕੰਮ ਕਰਾਂ, ਤੇਰੀ ਮਰਜ਼ੀ ਨੂੰ ਪੂਰਾ ਕਰਾਂ। ਤੇਰੀ ਸ਼ਰੀਅਤ ਮੇਰੇ ਦਿਲ 'ਚ, ਮੈਂ ਵੱਡੇ ਮਜਮੇ 'ਚ ਸੱਚ ਨੂੰ ਬਿਆਨ ਕਰ ਦਿੱਤਾ ਹੈ। ਮੈਂ ਇਸ ਨੂੰ ਦਿਲ 'ਚ ਨਹੀਂ ਛਪਾਉਣਾ, ਮੈਂ ਆਪਣਾ ਮੂੰਹ ਬੰਦ ਨਹੀਂ ਕਰਨਾ। ਤੇ ਫਿਰ 11 ਐਤ ਦੱਸਦੀ ਏ ਕਿ ਉਹਦੀ ਸ਼ਫਕਤ ਤੇ ਸੱਚਾਈ ਜਿਹੜੀ ਤੂੰ ਬਿਆਨ ਕਰਨਾ, ਇਹ ਤੇਰੀ ਹਿਫਾਜ਼ਤ ਵੀ ਕਰੇਗੀ। ਆਪਣੇ ਸਿਰਾਂ ਝੁਕਾਵਾਂ। ਖੁਦਾ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ, ਉਹ ਮੈਂ ਪੂਰੀ ਦਿਆਨਾਦਾਰੀ ਨਾਲ ਤੇਰੇ ਲੋਕਾਂ ਤੱਕ ਪਹੁੰਚਾ ਦਿੱਤਾ, ਇਸ ਇਮਾਨ ਤੇ ਉਮੀਦ ਨਾਲ ਕਿ ਤੇਰਾ ਕਲਾਮ ਲੋਕਾਂ ਦੇ ਕਦਮਾਂ ਲਈ ਚਿਰਾਗ, ਰਾਹ ਦੀ ਰੋਸ਼ਨੀ ਬਣੇ। ਝੂਠੇ ਅੰਬੋਆਂ, ਗੁਰੂਆਂ, ਡਿਨਾਮੀਨੇਸ਼ਨਾਂ, ਟੋਲਿਆਂ ਤੋਂ ਛਡਾਵੇ ਬੰਦ ਜ਼ੇਨ ਯਿਸੂ ਨਾਂ ਤੋਂ ਖੁੱਲ੍ਹਣ। ਲੋਕ ਤੇਰੇ ਕਲਾਮ ਦੀਆਂ ਗੱਲਾਂ ਕਰਨ, ਆਪ ਬਚਣ, ਆਪਣੀਆਂ ਨਸਲਾਂ ਨੂੰ ਬਚਾਉਣ, ਆਪਣੇ ਖਾਨਦਾਨਾਂ ਨੂੰ ਬਚਾਉਣ। ਜਿਸ ਤਰ੍ਹਾਂ ਆਸਤਰ ਨੂੰ ਵਰਤ ਕੇ ਨੇ ਆਖਿਆ, ਅਗਰ ਤੂੰ ਖਾਮੋਸ਼ੀ ਇਖਤਿਆਰ ਕੀਤੀ ਤੇ ਬਚ ਤੂੰ ਵੀ ਨਹੀਂ ਸਕਦੀ। ਇਸੇ ਤਰ੍ਹਾਂ ਤੇਰੇ ਲੋਕ ਅਗਰ ਸੱਚ ਨਾ ਬੋਲੇ ਤੇ ਬਚ ਫਿਰ ਤੇਰੇ ਲੋਕ ਵੀ ਨਹੀਂ ਸਕਦੇ। ਦਲੇਰੀ ਦੀ ਰੂਹ ਨੂੰ ਭੇਜੀ, ਤੇਰੇ ਲੋਕ ਬੋਲਣਾ ਸ਼ੁਰੂ ਕਰ ਦੇਣ। ਜਿੰਨੇ ਲੋਕਾਂ ਨੇ ਸਾਲਮ ਅਪਲਾਈ ਕੀਤਾ, ਖਾ ਥਾਈਲੈਂਡ, ਮਲੇਸ਼ੀਆ, ਸ੍ਰੀਲੰਕਾ, ਅਮਰੀਕਾ, ਕੈਨੇਡਾ, ਯੂਰਪ, ਖੁਦਾਵੰਦ ਤੂੰ ਉਹਨਾਂ ਦੇ ਦਿਲ ਨੂੰ UN ਦੇ ਨਰਮਾਦੀ ਇਮੀਗ੍ਰੇਸ਼ਨ ਦੇ ਖਤਰੇ ਟਲ ਜਾਣ। ਜਿਹੜੇ ਸਾਲਮ ਸਿਕਰ ਜੇਲ੍ਹਾਂ 'ਚ ਨੇ, IDC 'ਚ ਨੇ, ਯਿਸੂ ਨਾਂ ਤੋਂ ਆਜ਼ਾਦੀ ਪਾਉਣ, ਜਿਹਨਾਂ ਮੁਲਕਾਂ 'ਚ ਲੈ ਜਾਵੇਂ, ਤੇਰੇ ਜਲਾਲ ਲਈ ਉਹਨਾਂ ਦਾ ਬਦਨ ਹੋਵੇ। ਤੇਰੇ ਲੋਕ ਹੱਕ ਨੂੰ ਬੋਲਣ, ਬੇਔਲਾਦ ਜੋੜੇ ਔਲਾਦ ਜੈਸੀ ਬਰਕਤ ਦੇ ਨਾਲ ਨਵਾਜ਼ੇ ਜਾਣ। ਅਗਰ ਇਬਾਦਤ ਹੋਵੇ ਤੇ ਤੇਰੀ ਹੋਵੇ, ਤੇ ਜਿਹੜੇ ਤੇਰੀ ਇਬਾਦਤ ਕਰਦੇ ਨੇ ਉਹਨਾਂ ਦੀ ਰੋਟੀ ਪਾਣੀ ਤੇ ਬਰਕਤ ਆਉਂਦੀ, ਬਿਮਾਰੀਆਂ ਉਹਨਾਂ ਦੇ ਘਰਾਂ 'ਚੋਂ ਭੱਜਦੀਆਂ ਨੇ। ਕਰੋਨਾ ਜੈਸੀ ਵਾਇਰਸ ਤੇਰੇ ਨਾਂ ਤੋਂ ਟਲੇ, ਬਿਮਾਰ ਲੋਕ ਤੇਰੇ ਨਾਂ ਤੋਂ ਚੰਗਿਆਈ ਪਾਉਣ, ਬਦਰੂ ਗ੍ਰਿਫਤਾਰ ਲੋਕ ਤੇਰੇ ਨਾਂ ਤੋਂ ਆਜ਼ਾਦੀ ਪਾਉਣ। ਤੇ ਬਦਰੂਆਂ ਤੋਂ ਵਿਗੜੀਆਂ ਹੋਈਆਂ ਤਨਜ਼ੀਮਾਂ ਜਿਹੜੀ ਹੱਕ ਦੀ ਬੋਲੀ ਨਹੀਂ ਬੋਲਦੀਆਂ ਬਲਕਿ ਬੱਚਿਆਂ ਨੂੰ ਬਪਤਿਸਮਾਂ ਦਿੰਦੀਆਂ ਨੇ, ਇਹਨਾਂ ਦੇ ਹੱਥੋਂ ਖੁਦਾਵੰਦ ਤੂੰ ਭੇਡਾਂ ਛਡਾ। ਇਹਨਾਂ ਦੇ ਬੰਧਨ ਗੁਲਾਮੀਆਂ ਜੂਏ ਟੁੱਟਣ ਤੇ ਲੋਕ ਹੱਕ ਦੀ ਗੱਲ ਕਰਨ, ਖਾਮੋਸ਼ ਨਾ ਰਹਿਣ ਬਲਕਿ ਹੱਕ ਨੂੰ ਬੋਲਣ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਸੋ ਬਈ ਕਲਾਮ ਨੂੰ ਲਾਇਕ ਕਰਨਾ, ਸ਼ੇਅਰ ਕਰਨਾ, ਬੈਲ ਦਾ ਬਟਨ ਦਬਾਉਣਾ,
ਤਾਂ ਕਿ बर ਵਕਤ ਖੁਦਾਵੰਦ ਦਾ ਕਲਾਮ ਤੁਹਾਡੇ ਤੱਕ ਪਹੁੰਚੇ ਔਰ ਤੁਸੀਂ ਬਰਕਤ ਪਾਓ।